ਅੱਛਾ ਮਿਨੀਮਮ ਵੇजेस ਵੀ ਵਧਾਉਣ ਦੀ ਗੱਲ ਕੀਤੀ ਗਈ ਹੈ ਇਜ਼ ਇਟ ਅ ਫੈਡਰਲ ਇਸ਼ੂ ਫੈਡਰਲ ਗਵਰਨਮੈਂਟ ਦੇ ਕੋਲ ਹੈ ਪਾਵਰ ਔਰ ਕੀ ਫੇਜ਼ ਮੈਨਰ 'ਚ ਇਹਨੂੰ ਲਿਆਇਆ ਜਾਏਗਾ $15 ਤੱਕ ਹਾਊ ਇਜ਼ ਏਬਲ ਇੰਪਲੀਮੈਂਟ So it's a good question. Our commitment is only for federal employees. So we are not going to impede on provincial jurisdiction. Each province has their own minimum wage requirement, but ਸਾਡੀ ਜਿਹੜੀ commitment is at the federal level. ਓਕੇ ਲਾਸਟ ਕੁਐਸਚਨ ਆਪਣੇ ਥਾਊਜ਼ੈਂਡਸ ਆਫ ਸਟੂਡੈਂਟਸ ਜਿਹੜੇ ਆ ਉਹ ਇੰਡੀਆ ਤੋਂ ਵੀ ਆਪਾਂ ਦੇਖ ਰਹੇ ਆ ਰਹੇ ਇੰਟਰ ਸਟੂਡੈਂਟ ਇੱਥੇ ਆ ਰਹੇ ਆ ਇੱਕ ਗੱਲ ਜਿਹੜੀ ਜਿੱਥੇ $15 ਬਿਲੀਅਨ ਦੀ ਇਕੋਨਮੀ 'ਚ ਗਰੋਥ ਹੋ ਰਹੀ ਹੈ ਇਹਨਾਂ ਬੱਚਿਆਂ ਕਰਕੇ ਕੰਟਰੀਬਿਊਸ਼ਨ ਹੋ ਰਹੀ ਹੈ ਉੱਥੇ ਇੱਕ ਕੁਐਸਚਨ ਖੜਾ ਹੋ ਰਿਹਾ ਕਮਿਊਨਿਟੀ ਦੇ ਵਿੱਚ ਕਿ ਇਹ ਕੰਸਨਟਰੇਟ ਹੋ ਰਿਹਾ ਕੁਝ ਖਾਸ ਇਲਾਕਿਆਂ 'ਚ ਜਿਹੜੇ ਕਰਕੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ ਕੁਝ ਸਾਡੇ ਲਾਅ ਐਂਡ ਆਰਡਰ ਦੇ ਇਸ਼ੂਜ਼ ਹੈ ਅਫੋਰਡੇਬਿਲਿਟੀ ਦੇ ਇਸ਼ੂ ਹੈ ਸੋ ਵਾਈ ਡੋਂਟ ਵੀ ਕ੍ਰੀਏਟ ਸੱਚ ਦੈਟ ਕਾਈਂਡ ਆਫ ਕੁਛ ਇਸ ਤਰ੍ਹਾਂ ਦੇ ਲਾਜ਼ ਬਣਨ ਕਿ ਇਹ ਜਿਹੜੇ ਬੱਚੇ ਆ ਕੰਸਨਟਰੇਟ ਨਾ ਹੋ ਸਕਣ ਤੁਸੀਂ ਆਪਾਂ ਦੇਖਦੇ ਹਾਂ ਕਿਸੇ ਕਾਲਜ ਦੇ ਵਿੱਚ ਸਾਰੇ ਸਟੂਡੈਂਟ ਇੰਡੀਅਨਸ ਨੇ 100% ਇੰਡੀਅਨਸ ਨੇ ਹਾਊ ਕੈਨ ਵੀ ਸਪਰੈਡ them ਸੋ ਦੈਟ ਕਿ ਬਹੁਤ ਸਾਰੇ ਕਾਲਜਿਸ ਆਲ ਓਵਰ ਦਾ ਕੰਟਰੀ ਉੱਥੇ ਸਪਰੈਡ ਹੋਣ ਅਲੱਗ-ਅਲੱਗ ਕੰਟਰੀ ਅਲੱਗ-ਅਲੱਗ ਸਿਟੀਜ਼ ਜਾਣ ਤਾਂ ਕਿ ਇਹਨਾਂ ਦੀ ਜਿਹੜੀ ਕੰਸਨਟ੍ਰੇਸ਼ਨ ਕਰਕੇ ਇਸ਼ੂਜ਼ ਨਾ ਉਹ ਨਾ ਸਾਨੂੰ ਫੇਸ ਕਰਨੇ ਪੈਣ So a broader challenge ਹੈ ਵੀਰ ਜੀ we're becoming more and more urbanized. Over 80% of our population now resides in big cities. So this is not a student phenomenon. This is the overall phenomenon ਕਿ ਪਿੰਡਾਂ ਵਿੱਚ ਲੋਕ ਘੱਟ ਰਹਿ ਰਹੇ ਆ ਸ਼ਹਿਰਾਂ 'ਚ ਆ ਰਹੇ ਆ ਈਵਨ ਜਿਹੜੇ ਬੱਚੇ ਬਾਹਰਲੇ ਕਿਸੇ ਸਿਟੀ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਐਡਮਿਸ਼ਨ ਲੈ ਵੀ ਲੈਂਦੇ ਆ ਦੋਜ਼ ਕਾਲਜਿਸ ਹੈਵ देयर ਸਮਾਲ ਕੈਂਪਸਸ ਇਨ ਦੀ ਲਾਰਜਰ ਸਿਟੀਜ਼ ਤੋ ਆਂਦੇ ਇਮੀਡੀਏਟਲੀ ਟ੍ਰਾਂਸਫਰ ਲੈ ਲੈਣਗੇ ਸੋ I hope ਕਿ ਇਹਦੇ ਬਾਰੇ ਥੋੜ੍ਹਾ ਜਿਹਾ if your government comes into power again ਬੱਚੇ ਤੇ ਆਉਣੇ ਹੀ ਹੈ that is policy of the government but ਇਹਦੇ ਲਈ ਥੋੜ੍ਹਾ ਜਿਹਾ seriously ਕੋਈ ਵਿਚਾਰ ਕੀਤਾ ਜਾਏ No, ਬਿਲਕੁਲ ਇਹ ਬਾਰੇ ਵਿਚਾਰ ਕਰ ਰਹੇ ਹਾਂ because it does put pressure on our infrastructure. But not only students, overall, as we increase immigration levels and more people leave their villages, ਪਿੰਡਾਂ ਨੂੰ ਛੱਡ ਕੇ ਸ਼ਹਿਰਾਂ 'ਚ ਜਦੋਂ ਲੋਕ ਆਉਂਦੇ ਆ overall stress system ਨੂੰ ਪੈ ਰਿਹਾ. So we recognize this. ਹੁਣ ਤੁਸੀਂ for example overall immigration ਵੀ ਦੇਖ ਲਓ ਕੋਈ ਵੀ ਜੋ ਬੰਦਾ ਹੁੰਦਾ ਆਮ ਤੌਰ 'ਤੇ ਮੌਂਟਰੀਅਲ ਟੋਰਾਂਟੋ ਜਾਂ ਵੈਨਕੂਵਰ ਠਹਿਰਦੇ ਆ ਹੈ ਨਾ ਜੀ ਸਟੂਡੈਂਟਸ ਨਹੀਂ ਮੈਂ ਤਾਂ ਵੈਸੇ ਓਵਰਆਲ ਇਮੀਗ੍ਰੇਸ਼ਨ ਦੀ ਗੱਲ ਕਰ ਰਿਹਾ ਇਹਦਾ ਰੀਜ਼ਨ ਕੀ ਆ ਇੱਥੇ ਲੋਕਲ ਕਮਿਊਨਿਟੀ ਆ ਲੋਕਲ ਗੁਰਦੁਆਰੇ ਮਸਜਿਦਸ ਆ ਟੈਂਪਲਸ ਆ ਆਪਣੇ ਉਹ ਜਿਹੜਾ ਸੈਂਸ ਆਫ ਬਿਲੋਂਗਿੰਗ ਆ ਫੈਸਿਲਿਟੀਜ਼ ਹਾਂ ਫੈਸਿਲਿਟੀਜ਼ ਵੀ ਆ ਸੋ ਇਸ ਕਰਕੇ ਲੋਕਾਂ ਦੀ ਅਟਰੈਕਸ਼ਨ ਤਾਂ ਕਰਕੇ ਸਟੂਡੈਂਟਸ ਦੀ ਵੀ ਅਟਰੈਕਸ਼ਨ ਆ ਸੋ ਵਟ ਵੀ ਨੀਡ ਟੂ ਡੂ ਇਜ਼ ਇਨਵੈਸਟ ਇਨ ਦੋਜ਼ ਸਮਾਲਰ ਟਾਊਨਸ to create better opportunities for families and students to live there. ਤੁਹਾਨੂੰ ਵੀ ਪਤਾ ਕਿ ਇੱਥੇ ਘਰ ਖਰੀਦਣਾ ਕਦੀ ਮਹਿੰਗਾ ਹੁੰਦਾ ਆ ਪਰ ਜੇ ਇੱਥੋਂ 2-3 ਘੰਟੇ 'ਚ ਦੂਰ ਘਰ ਲੈਂਦੇ ਆ prices go down. So affordability is important, but so is a sense of community. So we are focusing on investing in local infrastructure to build those communities so we can see people put less pressure on some of these urban centers. And we're also supporting infrastructure and housing in urban centers. ਤੁਹਾਨੂੰ ਪਤਾ ਕਿ ਸਾਡੇ ਬਜਟ ਦੇ ਵਿੱਚ ਜੋ ਅਸੀਂ 2015 ਦੇ ਵਿੱਚ ਕਮਿਟਮੈਂਟ ਕੀਤੀ ਸੀ ਕਿ significant amount of money went for public transit. ਹੁਣ ਵੀ ਅਸੀਂ ਮੈਜਰਸ ਪੇਸ਼ ਕੀਤੇ ਬਜਟ ਦੇ ਵਿੱਚ ਅਫੋਰਡੇਬਿਲਿਟੀ ਤੇ ਕਿ ਕੋਈ ਨਵਾਂ ਘਰ ਖਰੀਦਣਾ ਚਾਹੁੰਦਾ ਆ ਕਿ CMHC ਜੇ ਸਾਡੀ ਕੈਨੇਡੀਅਨ ਮੌਰਗੇਜ ਹਾਊਸਿੰਗ ਕਰੈਕਟ ਉਹ 10% ਵਿੱਚ ਸਟੇਕ ਪਾਓਗੇ ਜਿਸ ਦੇ ਨਾਲ ਜਿਹੜੀ ਤੁਹਾਡੀ ਕਿਸ਼ਤ ਆ ਤੁਹਾਡੀ ਜਿਹੜੀ ਪੇਮੈਂਟ ਹੈ would be reduced by 10%. Again, we're looking at these affordability issues. ਇਹੀ ਸਾਡੇ 3 ਇਸ਼ੂ ਆ ਮਿਡਲ ਕਲਾਸ ਨੂੰ ਕਿੱਦਾਂ ਸਪੋਰਟ ਕਰਨਾ affordability ਦੇ challenges ਕਿੱਦਾਂ ਲੋਕਾਂ ਨੂੰ ਅਸੀਂ ਮਦਦ ਕਰ ਸਕਦੇ ਹਾਂ and how do we create a plan for the environment that creates jobs as well. And this will apply not only to everyone but also international students. So how can we make sure that they're part of this Canadian journey as well? ਤੁਸੀਂ 4 ਸਾਲ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਗਵਰਨਮੈਂਟ ਦੇ ਵਿੱਚ ਕਾਫੀ ਸਾਰੇ ਡਿਪਾਰਟਮੈਂਟਸ ਤੁਹਾਨੂੰ ਦਿੱਤੇ ਗਏ ਸੀਗੇ ਯੂ ਪਰਫਾਰਮਡ ਬਾਈ ਐਂਡ ਲਾਰਜ ਵੈਰੀ ਵੈਲ ਯੂ ਆਰ ਬੀਇੰਗ ਕਾਲਡ ਐਜ਼ ਮਿਨਿਸਟਰ ਆਫ ਐਵਰੀਥਿੰਗ ਓਕੇ ਬਹੁਤ ਕੁਝ ਕਰ ਲਿਆ ਹੋਏਗਾ ਪਰ ਮਨ ਦੇ ਵਿੱਚ ਕੁਝ ਐਸਾ ਹੋਏਗਾ ਕਿ ਫਰੀ ਇਲੈਕਟਡ ਅਗੇਨ ਲਿਬਰਲ ਪਾਰਟੀ ਦੁਬਾਰਾ ਤੋਂ ਪਾਵਰ 'ਚ ਆਉਂਦੀ ਹੈ ਸਰਕਾਰ ਬਣਦੀ ਹੈ ਕਿਹੜੇ ਉਹ ਇਸ਼ੂਜ਼ ਆ ਜਿਹੜੇ ਤੁਸੀਂ ਨਹੀਂ ਟੈਕਲ ਕਰ ਸਕੇ ਸੀ ਹੁਣ ਪ੍ਰਾਇਓਰਟਾਈਜ਼ ਕਰਨਾ ਚਾਹੋਗੇ ਅਗੇਨ ਆ ਜਿਹੜਾ ਟ੍ਰਾਂਜੀਸ਼ਨ ਆ ਰਿਹਾ ਟੂ ਦ ਲੋ ਕਾਰਬਨ ਇਕੋਨਮੀ ਤੁਹਾਨੂੰ ਵੀ ਪਤਾ ਆ ਕਿ ਜਿਹੜੇ ਤੁਸੀਂ ਜੇ ਸਾਡੇ ਬਜ਼ੁਰਗ ਆ ਜਾਂ ਉਹਨਾਂ ਦੇ ਗਾਂ ਬਜ਼ੁਰਗ ਆ ਉਹ ਇੰਡੀਆ ਤੋਂ ਆਏ ਆ ਚਾਈਨਾ ਤੋਂ ਕੋਈ ਆਇਆ ਕੋਈ ਪਾਕਿਸਤਾਨ ਤੋਂ ਆਇਆ and people come here for better economic opportunities but they also come here for better quality of life and one of the challenges we have seen in those countries is air quality water quality pollution in general is having a very negative impact ਮੈਨੂੰ ਯਾਦ ਹੈ ਜਦੋਂ ਮੈਂ ਇੰਡੀਆ 'ਚ ਸੀਗਾ 2 ਸਾਲ ਪਹਿਲਾਂ with a delegation, business delegation November ਦੇ ਵਿੱਚ ਦੀਵਾਲੀ ਮਨਾ ਹੋ ਰਹੀ ਸੀਗੀ ਦਿੱਲੀ ਦੇ ਵਿੱਚ that's the worst time that's right ਉਦੋਂ ਆਪਣੇ crop burning ਵੀ ਹੁੰਦੀ ਆ ਆਪਣੇ car pollution air pollution 3 ਦਿਨ ਸਕੂਲ ਬੰਦ ਕਰ ਦਿੱਤੇ ਬੱਚਿਆਂ ਲਈ and so what I don't want is that Canada ਦੇ ਵਿੱਚ ਉਹ repeat ਹੋਵੇ so I think for our government and even for myself is how do we develop economic policy industrial policy job creation policy ਜਿੱਥੇ
ਮੁਲਕ ਨੂੰ ਵੀ ਫਾਇਦਾ ਹੋਵੇ, economy grow ਹੋਵੇ ਤੇ environment ਨੂੰ ਵੀ ਫਾਇਦਾ ਹੋਵੇ. This is really going to be a priority for us. Poll after poll, we are seeing tight race. Yes. What do you expect at the end? I expect hopefully a good voter turnout, and the voters will decide on October 21st. मेरी तो यही request है to the voters in Mississauga, Malton. I am the candidate here in this riding, and I hope that I can earn your trust again. So please come out and vote on October 21st. Good luck. Thank you very much. Thank you. Thank you.